ਸਾਡੇ ਬਹੁਤੇ ਕੰਮ ਰੱਬ ਆਸਰੇ ਹੀ ਚੱਲਦੇ ਨੇ। ਕਦੇ ਸੋਚਿਆ ਹੈ ਜੇ ਰੱਬ ਕਹੇ ਕਿ ਮੈਂ ਹੜਤਾਲ ਤੇ ਚੱਲਿਆ ਹੈ ਫਿਰ ਕੀ ਬਣੂ? ਉਹ ਪੰਜਾਬ ਸਰਕਾਰ ਨੇ ਜੋ ਸਾਡੇ ਨਾਲ ਧੋਖਾ ਕੀਤਾ, ਜੋ ਸਾਡੇ ਨਾਲ ਬੇਇਨਸਾਫੀ ਕੀਤੀ ਹੈ, ਉਸ ਦੇ ਸੰਬੰਧ ਵਿੱਚ ਅੱਜ ਅਸੀਂ ਇੱਕ ਦਿਨ ਦੀ ਸਟ੍ਰਾਈਕ ਕੀਤੀ ਹੋਈ ਹੈ। ਟੋਟਲ ਕੰਪਲੀਟ ਜਿਹੜੀ ਹੈਲਥ ਸਰਵਿਸਿਜ਼ ਪੰਜਾਬ ਵਿੱਚ ਬੰਦ ਹੈ। ਜੋ ਸਾਡੇ ਇਸ ਵੇਲੇ ਹਾਲਾਤ ਬਣੇ ਹੋਏ ਨੇ ਉਹ ਸਭ ਨੂੰ ਪਤਾ ਹੈ, ਮगर ਡਾਕਟਰਾਂ ਨੇ ਜਿੰਨਾ ਕੁਝ ਕੀਤਾ ਹੈ ਮੇਰੇ ਖਿਆਲ ਦੇ ਵਿੱਚ ਉਹ ਕਾਬਿਲੇ ਤਾਰੀਫ ਹੈ, ਸ਼ਬਦ ਵੀ ਨਹੀਂ। ਪਰ ਜੇ ਡਾਕਟਰ ਸਟ੍ਰਾਈਕ ਤੇ ਜਾਣਗੇ ਤੇ ਮਰੀਜ਼ਾਂ ਦਾ ਕੀ ਹੋ? सरकार कहती है सब कुछ देता। मनप्रीत बादल ने जिस दिन कैबिनेट ने मंजूरी दी है उस तो बाद बड़ा लंबा चौड़ा भाषण दिता है, प्रेस कॉन्फ्रेंस की है। वो कहते असीं तां यही करता, असीं तां वाह करता। डॉक्टरां दे हत्थ पल्ले नहीं कुछ पिया। डॉक्टरां दे हत्थ पल्ले कुछ नहीं पिया जी, किसी दे हत्थ पल्ले कुछ नहीं पिया। लोग लभदे रह गए भी पे कमीशन आई सी गई कित्थे। बड़े बड़े वादे किए सी, बड़े बाहर बयान भी आए दुगनी तनख्वाह हो गई कि जे दुगनी तनख्वाह हो जाती तो असीं उन्हां एक दूजे का अपना लड्डू ਖਵਾ ਕੇ ਮੂੰਹ ਮਿੱਠਾ ਕਰਾਉਂਦੇ। ਸਰਕਾਰ ਦਾ ਵੀ ਧੰਨਵਾਦ ਕਰਦੇ ਤੇ ਸਾਨੂੰ ਸੜਕਾਂ 'ਤੇ ਆਉਣ ਦੀ ਕੀ ਲੋੜ ਸੀ ਜੀ। ਜਿਹੜੀ ਹਾਸੇ ਵਾਲੀ ਗੱਲ ਇਹ ਹੈ ਵੀ ਪੇ ਕਮਿਸ਼ਨ ਜਦੋਂ ਆਉਂਦੀ ਆ ਤਾਂ ਸਰਕਾਰ ਨੂੰ ਲੋਕਾਂ ਨੂੰ ਕੁਝ ਦੇਣਾ ਪੈਂਦਾ ਤੇ ਜਦੋਂ ਸਾਡਾ ਜਿਹੜਾ NP ਹੈ ਉੱਥੇ ਜਿਹੜੀ ਰਿਕਮੈਂਡੇਸ਼ਨ ਆਈਆਂ ਉਹਦੇ 'ਚ ਸ਼ੋਅ ਕੀਤਾ ਵੀ 1.83 ਕਰੋੜ ਦਾ ਸਾਨੂੰ ਵਿੱਤੀ ਫਾਇਦਾ ਹੋਣ ਜਾ ਰਿਹਾ ਜੇ ਅਸੀਂ NPA ਕੱਟਾਂਗੇ। ਸਰਕਾਰ ਆਪਣਾ ਫਾਇਦਾ ਸੋਚਣ ਲੱਗੀ ਹੈ, ਬੈਲੈਂਸ ਸ਼ੀਟ ਦੇਖਣ ਲੱਗੀ, ਨਾ ਕਿ ਮੁਲਾਜ਼ਮਾਂ ਦਾ ਫਾਇਦਾ ਦੇਖਣ ਲੱਗੀ। ਕਿ ਉਹ 'ਚ ਇਹ ਦੇਖ ਰਿਹਾ ਵੀ 1.82 ਕਰੋੜ ਜਿਹੜਾ ਸਾਨੂੰ ਮਾਸਿਕ ਜਿਹੜਾ ਸਰਕਾਰ ਨੂੰ ਫਾਇਦਾ ਹੋਏਗਾ। ਅਸੀਂ ਤਾਂ ਇਹ ਐਕਸਪੈਕਟ ਕਰਦੇ ਕਿ ਇੰਨੀ ਜ਼ਿਆਦਾ ਵੱਡੀ ਕੰਟਰੀਬਿਊਸ਼ਨ ਜਿਹੜੀ ਡਾਕਟਰਸ ਦੀ ਆ, ਕੋਈ 5 ਕਰੋੜ ਦਾ ਇਹਨਾਂ ਨੂੰ ਇਨਸੈਂਟਿਵ ਦਿੰਦੀ, 33% ਇਹਨਾਂ ਨੂੰ NPA ਦਿੰਦੀ, ਉੱਤੇ ਅਲਾਉਂਸਸ ਦਿੰਦੀ। ਇਹ ਉਲਟਾ ਪਤਾ ਨਹੀਂ ਕਿਹੜੇ ਚੱਕਰਾਂ 'ਚ ਸਰਕਾਰ ਪੈ ਗਈ, ਕਿਹੜੇ ਇਹਦੇ ਐਡਵਾਈਜ਼ਰ ਬਣ ਗਏ। ਲੱਗਦਾ ਹੈ ਵੀ 2022 ਦੇ ਵਿੱਚ ਜਿਹੜੀ ਕਾਂਗਰਸ ਕਹਿ ਰਹੀ ਹੈ ਅਸੀਂ 85% ਵਾਅਦੇ ਪੂਰੇ ਕੀਤੇ ਨੇ ਤੇ ਦੁਬਾਰਾ ਸਰਕਾਰ ਬਣਾਵਾਂਗੇ। ਹਾਲਾਤ ਹੈਗੇ ਨਹੀਂ ਇਹਨਾਂ ਦੇ ਸਰਕਾਰ ਬਣਾਉਣ ਵਾਲੇ। 10 ਸਾਲ ਤੋਂ ਅਸੀਂ ਵੇਟ ਕਰ ਰਹੇ ਸੀ, 2006 ਤੋਂ ਬਾਅਦ ਹੁਣ 2016 'ਚ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਆਉਣੀ ਸੀ। ਔਰ ਕੈਪਟਨ ਸਾਹਿਬ ਨੇ ਇਲੈਕਸ਼ਨ ਤੋਂ ਪਹਿਲਾਂ ਚੋਣ ਮੈਨੀਫੈਸਟੋ 'ਚ ਇੱਕ ਸਪੈਸ਼ਲ ਪ੍ਰੈਸ ਕਾਨਫਰੰਸ ਕਰਕੇ ਵਾਅਦਾ ਕੀਤਾ ਹੈ ਕਿ ਪੇ ਕਮਿਸ਼ਨ ਮੈਂ ਜਦੋਂ ਸਾਡੀ ਕਾਂਗਰਸ ਸਰਕਾਰ ਆਉਂਦੀ ਹੈ ਤਾਂ ਅਸੀਂ ਪੇ ਕਮਿਸ਼ਨ ਦੀ ਰਿਪੋਰਟ ਜਿਹੜੀ ਆ ਪੂਰੇ ਵਧੀਆ ਤਰੀਕੇ ਨਾਲ ਲਾਗੂ ਕਰਾਂਗੇ ਔਰ ਮੁਲਾਜ਼ਮਾਂ ਨੂੰ ਪੂਰਾ ਖੁਸ਼ ਕਰਾਂਗੇ। ਮੁਲਾਜ਼ਮ ਉਹ ਤੋਂ ਬਹੁਤ ਦੁਖੀ ਨੇ ਅੱਜ ਰਾਏ। ਸਾਡੇ ਬਹੁਤੇ ਕੰਮ ਰੱਬ ਆਸਰੇ ਹੀ ਚੱਲਦੇ ਨੇ। ਕਦੇ ਸੋਚਿਆ ਹੈ ਜੇ ਰੱਬ ਕਹੇ ਕਿ ਮੈਂ ਹੜਤਾਲ ਤੇ ਚੱਲਿਆ ਹੈ ਫਿਰ ਕੀ ਬਣੂ? ਦ ਖਬਰਸਾਰ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਅੱਜ ਪੰਜਾਬ ਦੇ ਵਿੱਚ ਕੁਝ ਅਜਿਹਾ ਹੀ ਹੋ ਰਿਹਾ ਹੈ। ਰੱਬ ਦਾ ਰੂਪ ਕਹੇ ਜਾਣ ਵਾਲੇ ਡਾਕਟਰ ਹੜਤਾਲ ਤੇ ਨੇ। ਹੜਤਾਲ ਤੇ ਕਿਉਂ ਨਹੀਂ? ਗੱਲਬਾਤ ਕਰਾਂਗੇ। PCMS ਐਸੋਸੀਏਸ਼ਨ ਪੰਜਾਬ ਦੇ ਡਾਕਟਰ ਸਾਹਿਬਾਨ ਸਾਡੇ ਨਾਲ ਇਸ ਵੇਲੇ ਮੌਜੂਦ ਨੇ। ਉਹਨਾਂ ਕੋਲ ਹੀ ਪੁੱਛਾਂਗੇ, ਸਰ ਰੱਬ ਵੀ ਕਦੇ ਸਟ੍ਰਾਈਕ ਤੇ ਜਾਂਦਾ ਹੈ? ਨਹੀਂ ਦੇਖੋ, ਇਹ ਤਾਂ ਬੜੀ ਦੇਰ ਤੋਂ ਜਦੋਂ ਤੋਂ ਇਹ ਸਮਾਜ ਚੱਲ ਰਿਹਾ ਉਦੋਂ ਤੋਂ ਇਹ ਗੱਲ ਹੈਗੀ ਹੈ ਕਿ ਜਿਹੜੇ ਡਾਕਟਰਸ ਨੂੰ ਕਿਹਾ ਜਾਂਦਾ ਹੈ ਕਿ ਰੱਬ ਦਾ ਰੂਪ ਹੈ। ਲੇਕਿਨ ਡਾਕਟਰਸ ਤਾਂ ਆਪਣੀ ਡਿਊਟੀ ਕਰਦੇ ਹੈ, ਆਪਣੀ ਜੋ ਉਹਨਾਂ ਨੂੰ ਪੜ੍ਹ ਕੇ ਆਏ ਹੈ ਉਸ ਦੇ ਅਸੀਂ ਸਮਾਜ ਦੀ ਸੇਵਾ ਕਰਨੀ ਹੈ। ਅਸੀਂ ਉਸ ਦੇ ਸੇਵਾ ਭਾਵਨਾ ਨਾਲ ਹੀ ਆਪਣੀ ਜੌਬ ਕਰਦੇ ਹਾਂ। ਲੇਕਿਨ ਅੱਜ ਜਿਸ ਕਾਰਨ ਅਸੀਂ ਸੜਕਾਂ 'ਤੇ ਉਤਰਨ ਲੱਗੇ ਹਾਂ ਜਾਂ ਜਿਸ ਕਾਰਨ ਅਸੀਂ ਸਟ੍ਰਾਈਕ ਕਰ ਰਹੇ ਹਾਂ, ਉਹ ਪੰਜਾਬ ਸਰਕਾਰ ਨੇ ਜੋ ਸਾਡੇ ਨਾਲ ਧੋਖਾ ਕੀਤਾ, ਜੋ ਸਾਡੇ ਨਾਲ ਬੇਇਨਸਾਫੀ ਕੀਤੀ ਹੈ, ਉਸ ਦੇ ਸੰਬੰਧ ਵਿੱਚ ਅੱਜ ਅਸੀਂ ਇੱਕ ਦਿਨ ਦੀ ਸਟ੍ਰਾਈਕ ਕੀਤੀ ਹੋਈ ਹੈ। ਟੋਟਲ ਕੰਪਲੀਟ ਜਿਹੜੀ ਹੈਲਥ ਸਰਵਿਸਿਜ਼ ਪੰਜਾਬ ਵਿੱਚ ਬੰਦ ਹੈ। ਲੇਕਿਨ ਮਰੀਜ਼ਾਂ ਨੂੰ ਅਸੀਂ ਉਹਨਾਂ ਦੇ ਮਰੀਜ਼ਾਂ ਦੇ ਭਲੇ ਲਈ ਅਸੀਂ ਜਿਹੜੀਆਂ ਐਮਰਜੈਂਸੀ ਸੇਵਾਵਾਂ ਬਿਲਕੁਲ ਚਲਾਈਆਂ ਹੋਈਆਂ। ਜੇ ਹੋਰ ਵੀ ਕਿਸੇ ਮਰੀਜ਼ ਨੂੰ ਕਿਸੇ ਵੀ ਟਾਈਪ ਦੀ ਕੋਈ ਇਹੋ ਜਿਹੀ ਪ੍ਰੋਬਲਮ ਆਉਂਦੀ ਹੈ ਕਿ ਜਿਹੜੀ ਉਦੋਂ ਦੀ ਲੋੜ ਹੈ, ਉਹ ਅਸੀਂ ਸਟ੍ਰਾਈਕ ਨਹੀਂ ਦੇਖਦੇ, ਉਹ ਅਸੀਂ ਉਹਨਾਂ ਦੀ ਸੇਵਾ ਕਰ ਰਹੇ ਹਾਂ। ਮੇਰਾ ਅਗਲਾ ਸਵਾਲ ਵੈਸੇ ਇਹੀ ਸੀ ਵੀ ਜੇ ਡਾਕਟਰ ਸਟ੍ਰਾਈਕ ਤੇ ਚਲੇ ਜਾਣਗੇ ਮਰੀਜ਼ਾਂ ਦਾ ਕੀ ਬਣੂਗਾ? ਕਿਉਂਕਿ ਸਰਕਾਰਾਂ ਦਾ ਹੱਥ ਬਾਂਹ ਫੜਦੀਆਂ ਨਹੀਂ। ਜੋ ਸਾਡੇ ਇਸ ਵੇਲੇ ਹਾਲਾਤ ਬਣੇ ਹੋਏ ਨੇ ਉਹ ਸਭ ਨੂੰ ਪਤਾ ਹੈ, ਮगर ਡਾਕਟਰਾਂ ਨੇ ਜਿੰਨਾ ਕੁਝ ਕੀਤਾ ਹੈ ਮੇਰੇ ਖਿਆਲ ਦੇ ਵਿੱਚ ਉਹ ਕਾਬਿਲੇ ਤਾਰੀਫ ਹੈ, ਸ਼ਬਦ ਵੀ ਨਹੀਂ। ਪਰ ਜੇ ਡਾਕਟਰ ਸਟ੍ਰਾਈਕ ਤੇ ਜਾਣਗੇ ਤੇ ਮਰੀਜ਼ਾਂ ਦਾ ਕੀ ਹੋਊਗਾ? ਦੇਖੋ, ਮੈਂ ਉਹੀ ਤੁਹਾਨੂੰ ਦੱਸ ਰਿਹਾ ਸੀ ਕਿ ਅਸੀਂ ਮਰੀਜ਼ਾਂ ਦਾ ਨੁਕਸਾਨ ਨਹੀਂ ਹੋਣ ਦਿੰਦੇ। ਜਿਹੜਾ ਡਾਕਟਰ ਹੈ ਉਹ ਉਹਨਾਂ ਮਰੀਜ਼ਾਂ ਨਾਲ ਜਿਹੜਾ ਉਹ ਫੈਮਿਲੀ ਰਿਲੇਸ਼ਨ ਹੁੰਦਾ ਹੈ, ਮਰੀਜ਼ਾਂ ਨਾਲ ਪਿਆਰ ਹੁੰਦਾ ਸਾਨੂੰ। ਅਸੀਂ ਕਿਸੇ ਵੀ ਮਰੀਜ਼ ਨੂੰ ਅਣਗੌਲਾ ਨਹੀਂ ਕਰਾਂਗੇ। ਕਿਸੇ ਵੀ ਐਸੀ ਕੋਈ ਟ੍ਰੀਟਮੈਂਟ ਕੋਈ ਜਿਹੜੀ ਅਸੀਂ ਉਹਨੂੰ ਮਰੀਜ਼ ਦੀ ਬਣਦੀ ਹੈ ਉਹ ਦੇਵਾਂਗੇ ਨਹੀਂ। ਫਿਲਹਾਲ ਐਮਰਜੈਂਸੀ ਸੇਵਾਵਾਂ ਸਾਡੀਆਂ ਚੱਲ ਰਹੀਆਂ। ਜਿਹੜੇ ਆਲਰੇਡੀ ਸਾਡੇ ਕੋਲ ਪੇਸ਼ੈਂਟ ਐਡਮਿਟਡ ਹੈ ਅਸੀਂ ਉਹਨਾਂ ਦੀ ਉਸ ਤਰ੍ਹਾਂ ਹੀ ਇਲਾਜ ਕਰ ਰਹੇ ਹਾਂ, ਉਸ ਤਰ੍ਹਾਂ ਹੀ ਉਹ ਐਡਮਿਟਡ ਹੈ। ਜੇ ਕੋਈ ਕਰੋਨਾ ਕਾਰਨ ਖਾਸ ਕਰਕੇ ਜੇ ਕੋਈ ਪ੍ਰੋਬਲਮ ਕਿਸੇ ਨੂੰ ਆਉਂਦੀ ਹੈ, ਚਾਹੇ ਕਿਸੇ ਦੇ ਘਰ ਵੀ ਜਾਣਾ ਪੈਂਦਾ ਸਾਨੂੰ, ਅਸੀਂ ਕਰੋਨਾ ਵੀ ਸੇਵਾਵਾਂ ਪੂਰੀਆਂ ਦੇ ਰਹੇ ਹਾਂ। ਸਰ
ਪੰਜਾਬ ਦੇ ਲੋਕ ਤਾਂ ਚਲੋ ਠੱਗਿਆ ਮਹਿਸੂਸ ਕਰ ਰਹੇ ਨੇ ਹੈ ਨਾ, ਸਰਕਾਰ ਦਾ ਜੋ ਕੁਝ ਵੀ ਹੁਣ ਤੱਕ ਦਾ ਕਾਰਜਕਾਲ ਰਿਹਾ ਹੈ, ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਗਏ। ਪਰ ਡਾਕਟਰ ਤਬਕਾ ਇੱਕ ਬੜਾ ਤੁਸੀਂ ਕਹਿ ਸਕਦੇ ਹੋ ਕਿ ਵਾਈਟ ਕਾਲਰ ਜੌਬ ਹੁੰਦੀ ਹੈ ਨਾ ਵੀ, ਹਰ ਇੱਕ ਤਬਕੇ ਦੇ ਨਾਲ ਤੁਹਾਡਾ ਸਿੱਧੇ ਡਾਇਰੈਕਟ ਕੰਟੈਕਟ ਹੁੰਦਾ ਹੈ। ਈਵਨ ਜੇ ਕੈਪਟਨ ਸਾਹਿਬ ਵੀ ਬਿਮਾਰ ਹੋਣਗੇ ਡਾਕਟਰ ਨੂੰ ਹੀ ਦਿਖਾਣਗੇ, ਕਿਤੇ ਹੋਰ ਤਾਂ ਜਾਣਾ ਨਹੀਂ ਉਹਨਾਂ ਨੇ। ਫਿਰ ਤੁਹਾਡੇ ਨਾਲ ਇੰਨਾ ਕੀ ਹੋ ਗਿਆ, ਸਰਕਾਰ ਨਾਲ ਨਾਰਾਜ਼ਗੀ ਕਿਉਂ? ਦੇਖੋ, ਸਾਡੀ ਸਰਕਾਰ ਨਾਲ ਨਾਰਾਜ਼ਗੀ ਨਹੀਂ ਹੋਣੀ ਸੀ ਚਾਹੀਦੀ, ਲੇਕਿਨ ਇਸ ਗੱਲ ਦਾ ਫਾਇਦਾ ਉਠਾ ਕੇ ਗਵਰਨਮੈਂਟ ਨੇ ਕਿ ਡਾਕਟਰਸ ਹੈ, ਇਹਨਾਂ ਨੂੰ ਤਾਂ ਰੱਬ ਦਾ ਹੀ ਰੂਪ ਕਿਹਾ ਜਾਂਦਾ, ਇਹਨਾਂ ਨੇ ਕਿਹੜੇ ਕੋਈ ਬੋਲਣਾ, ਇਹਨਾਂ ਨੇ ਕਿਹੜੇ ਕੋਈ ਸਟ੍ਰਾਈਕ ਕਰਨੀ ਹੈ, ਉਸ ਚੀਜ਼ ਦਾ ਫਾਇਦਾ ਲਿਆ। ਅਲਟੀਮੇਟਲੀ ਇਸ ਚੀਜ਼ ਦਾ ਫਾਇਦਾ ਜਿਹੜਾ ਉਹ ਪ੍ਰਾਈਵੇਟ ਸੈਕਟਰ ਨੂੰ ਜਾਏਗਾ। ਜਿਹੜੇ ਪ੍ਰਾਈਵੇਟ ਹਸਪੀਟਲ ਹੈ, ਸਾਡੇ ਡਾਕਟਰਸ ਜਿਹੜੇ ਆ ਉਹਨਾਂ ਦੀ ਪੇ ਘਟਾਈ ਜਾਏਗੀ, ਉਹਨਾਂ ਨੂੰ ਡਿਸਕਰੇਜ ਕਰਿਆ ਜਾਏਗਾ, ਉਹਨਾਂ ਨਾਲ ਬੇਇਨਸਾਫੀ ਹੋਏਗੀ, ਤਾਂ ਉਹ ਡਾਕਟਰਸ ਜਿਹੜੇ ਕਰ ਰਹੇ ਆ ਉਹ ਸਰਵਿਸ ਛੱਡਣਗੇ, ਜਾਂ ਜਿਹੜੇ ਨਵੇਂ ਜੁਆਇਨ ਕਰਦੇ ਨਹੀਂ ਸਰਵਿਸ, ਆਲਰੇਡੀ ਨਹੀਂ ਕਰਦੇ ਲੋਕ, ਉਹ ਨਵੇਂ ਨਹੀਂ ਆਉਣਗੇ, ਤੇ ਅਲਟੀਮੇਟਲੀ ਇਹ ਪ੍ਰਾਈਵੇਟ ਸੈਕਟਰ ਨੂੰ ਫਾਇਦਾ ਜਾਏਗਾ। ਤੇ ਇਹਨਾਂ ਨੇ ਸਾਡੀਆਂ ਜਿਹੜੀਆਂ ਸਿਹਤ ਸੇਵਾਵਾਂ ਉਹ ਦੇਖ ਲਿਓ ਤੁਸੀਂ ਕਿਸੇ ਨਾ ਕਿਸੇ ਦਿਨ ਪ੍ਰਾਈਵੇਟਾਈਜ਼ ਕਰ ਦੇਣੀਆਂ। ਹਾਂ, ਸਰ ਕੋਲ ਪੁੱਛਾਂਗੇ। ਸਰ, 6th ਪੇ ਕਮਿਸ਼ਨ ਸਰਕਾਰ ਕਹਿੰਦੀ ਅਸੀਂ ਦੇ ਰਹੇ ਹਾਂ, ਫਿਰ ਵੀ ਮਤਲਬ ਪਰੇਸ਼ਾਨੀ ਕਿ ਸਰਕਾਰ ਕਹਿੰਦੀ ਅਸੀਂ ਸਭ ਕੁਝ ਦਿੱਤਾ। ਮਨਪ੍ਰੀਤ ਬਾਦਲ ਨੇ ਜਿਸ ਦਿਨ ਕੈਬਨਿਟ ਨੇ ਮਨਜ਼ੂਰੀ ਦਿੱਤੀ ਹੈ ਉਸ ਤੋਂ ਬਾਅਦ ਬੜਾ ਲੰਬਾ ਚੌੜਾ ਭਾਸ਼ਣ ਦਿੱਤਾ ਹੈ, ਪ੍ਰੈਸ ਕਾਨਫਰੰਸ ਕੀਤੀ ਹੈ, ਉਹ ਕਹਿੰਦੇ ਅਸੀਂ ਤਾਂ ਇਹ ਕਰਤਾ, ਅਸੀਂ ਤਾਂ ਵਾਹ ਕਰਤਾ। ਡਾਕਟਰਾਂ ਦੇ ਹੱਥ ਪੱਲੇ ਨਹੀਂ ਕੁਝ ਪਿਆ? ਡਾਕਟਰਾਂ ਦੇ ਹੱਥ ਪੱਲੇ ਕੁਝ ਨਹੀਂ ਪਿਆ ਜੀ, ਕਿਸੇ ਦੇ ਹੱਥ ਪੱਲੇ ਕੁਝ ਨਹੀਂ ਪਿਆ। ਲੋਕੀ ਲੱਭਦੇ ਰਹਿ ਗਏ ਵੀ ਪੇ ਕਮਿਸ਼ਨ ਆਈ ਸੀ, ਗਈ ਕਿੱਥੇ। ਬੜੇ ਵੱਡੇ ਵਾਅਦੇ ਕੀਤੇ ਸੀ, ਬੜੇ ਵੱਡੇ ਬਾਹਰ ਬਿਆਨ ਵੀ ਆਏ, ਦੁੱਗਣੀ ਤਨਖਾਹ ਹੋ ਗਈ, ਕਿ ਜੇ ਦੁੱਗਣੀ ਤਨਖਾਹ ਹੋ ਜਾਂਦੀ ਤੇ ਅਸੀਂ ਉਹਨਾਂ ਇੱਕ ਦੂਜੇ ਦਾ ਆਪਣਾ ਲੱਡੂ ਖਵਾ ਕੇ ਮੂੰਹ ਮਿੱਠਾ ਕਰਾਉਂਦੇ, ਸਰਕਾਰ ਦਾ ਵੀ ਧੰਨਵਾਦ ਕਰਦੇ, ਤੇ ਸਾਨੂੰ ਸੜਕਾਂ 'ਤੇ ਆਉਣ ਦੀ ਕੀ ਲੋੜ ਸੀ ਜੀ। ਪੇ ਕਮਿਸ਼ਨ ਨੇ ਤਾਂ ਮਤਲਬ ਪਹਿਲੀ ਵਾਰੀ ਹੋਇਆ ਤਨਖਾਹ ਡਾਕਟਰਾਂ ਦੀਆਂ ਜਾਂ ਹੋਰ ਮੁਲਾਜ਼ਮਾਂ ਦੀਆਂ ਵਧਣ ਦੀ ਬਜਾਏ ਘਟ ਰਹੀਆਂ ਨੇ। ਪੈਨਸ਼ਨ ਦਾ 15 ਹਜ਼ਾਰ ਦਾ ਨੁਕਸਾਨ ਹੋਣ ਜਾ ਰਿਹਾ ਜਿਹੜਾ ਕੋਈ ਰਿਟਾਇਰ ਹੋਣ ਜਾਊਗਾ। ਸਰ, ਕਿਤੇ ਨਿੱਜੀ ਹਸਪਤਾਲਾਂ ਨੂੰ ਹੱਲਾਸ਼ੇਰੀ ਦੇਣ ਦੀ ਕੋਸ਼ਿਸ਼ ਤਾਂ ਨਹੀਂ ਹੈ? ਦੇਖੋ, ਇਹ ਸਾਰੀਆਂ ਜਿਹੜੇ ਵੀ ਫੈਸਲੇ ਸਰਕਾਰਾਂ ਲੈਂਦੀਆਂ ਨੇ, ਕਦੇ ਪ੍ਰਾਈਵੇਟਾਈਜ਼ ਕਰਨ ਦੀਆਂ, ਹਸਪਤਾਲਾਂ ਨੂੰ ਪ੍ਰਾਈਵੇਟ ਹੱਥਾਂ 'ਚ ਦੇਣ ਦੀਆਂ, ਡਾਕਟਰਾਂ ਦਾ NPA ਘਟਾਉਣ ਦੀਆਂ, ਡਾਕਟਰਾਂ ਦੀ ਜਿਹੜੀ ਐਡਮਿਸ਼ਨ ਦੀਆਂ ਸ਼ਰਤਾਂ ਜਿਹੜੀਆਂ ਉਹ ਮਤਲਬ ਸਖਤ ਕਰਨ ਦੀਆਂ, ਇਹ ਸਾਰੇ ਜਿਹੜੇ ਕਦਮ ਹੌਲੀ ਹੌਲੀ ਇਹ ਪਬਲਿਕ ਹੈਲਥ ਸਿਸਟਮ ਨੂੰ ਜਿਹੜਾ ਕਿ ਬਰਬਾਦੀ ਵੱਲ ਲੈ ਕੇ ਜਾਣ ਵਾਲੇ ਕਦਮ ਨੇ। ਔਰ ਪਬਲਿਕ ਹੈਲਥ ਸਿਸਟਮ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਕੋਲੈਪਸ ਹੋਊਗਾ ਅਲਟੀਮੇਟਲੀ, ਤਾਂ ਫਾਇਦਾ ਤਾਂ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਹੋਣਾ ਜੀ। ਸਰ, ਬਾਕੀ ਜਿਹੜੇ ਮੁਲਾਜ਼ਮ ਨੇ ਉਹ ਵੀ ਤਕਰੀਬਨ ਹੜਤਾਲ 'ਤੇ ਹੀ ਨੇ। ਜੇ ਆਪਾਂ ਡਾਕਟਰ ਤਬਕੇ ਦੀ ਗੱਲ ਕਰੀਏ, ਖਾਸ ਕਰਕੇ ਤੁਹਾਡੀ ਮੈਡੀਕਲ ਪ੍ਰੋਫੈਸ਼ਨ ਦੀ, ਤੇ ਤੁਹਾਡੇ ਨਾਲ ਕੀ ਕੁਝ ਜੇ ਤੁਹਾਨੂੰ ਲੱਗਦਾ ਹੈ ਵੀ 6th ਪੇ ਕਮਿਸ਼ਨ ਆਉਣ ਤੋਂ ਬਾਅਦ ਜੋ ਤੁਹਾਨੂੰ ਘਾਟਾ ਪਿਆ ਹੈ, ਜਾਂ ਫਿਰ ਸਰਕਾਰ ਨੇ ਉਹ ਨਹੀਂ ਕੀਤਾ ਜੋ ਕਰਨਾ ਚਾਹੀਦਾ ਸੀ? ਬਿਲਕੁਲ ਘਾਟਾ ਪਿਆ ਜੀ। ਸਾਡਾ NPA ਜਿਹੜਾ ਉਹਨੂੰ ਡੀਲਿੰਗ ਕਰਕੇ ਬੇਸਿਕ ਪੇ ਤੋਂ ਔਰ ਉਹਦਾ ਰੇਟ ਘਟਾ ਕੇ ਸਰਕਾਰ ਨੇ ਸਾਡੀ ਜਿਹੜੀ ਆ ਮਤਲਬ ਸਾਨੂੰ ਵਿੱਤੀ ਨੁਕਸਾਨ ਪਹੁੰਚਾਇਆ ਔਰ ਸਾਡਾ ਆਰਥਿਕ ਸ਼ੋਸ਼ਣ ਕੀਤਾ, ਕਿਉਂਕਿ ਅਸੀਂ ਸਾਰੇ ਬੜੇ ਤਨਦੇਹੀ ਨਾਲ ਆਪਣੀ ਡਿਊਟੀ ਸਮਝਦੇ ਹੋਏ, ਫਰਜ਼ ਸਮਝਦੇ, ਅਸੀਂ ਕੋਈ ਕਿਸੇ ਤੇ ਆਸਾਨ ਨਹੀਂ ਕੀਤਾ। ਸਾਰੇ ਡਾਕਟਰਸ ਵੀ ਕਿਉਂ, ਸਾਰੇ ਸਿਹਤ ਮਹਿਕਮੇ ਨੇ ਪੂਰਾ ਮਤਲਬ ਤਨਦੇਹੀ ਨਾਲ ਇਹੋ ਜਿਹੇ ਜਿਹੜੇ ਮੁਸ਼ਕਲ ਹਾਲਾਤ ਬਣੇ ਸੀ, ਕਿਸੇ ਨੇ ਪਹਿਲਾਂ ਦੇਖੇ ਨਹੀਂ ਸੀ ਇਸ ਤਰ੍ਹਾਂ ਦੇ। ਪਹਿਲੇ ਸਾਰਿਆਂ ਦਾ ਪਹਿਲਾ ਐਕਸਪੀਰੀਅੰਸ ਸੀ ਔਰ ਸਾਰਿਆਂ ਨੇ ਇਸ ਚੀਜ਼ ਨੂੰ ਬੜਾ ਚੈਲੰਜ ਸਮਝ ਕੇ ਕੰਮ ਕੀਤਾ ਔਰ ਬੜਾ ਵਧੀਆ ਕੰਮ ਕੀਤਾ। ਅਸੀਂ ਇਹ ਨਹੀਂ ਕਹਿੰਦੇ, ਕਿਉਂਕਿ ਬਿਮਾਰੀ ਇਸ ਤਰ੍ਹਾਂ ਦੀ ਸੀ, ਸਾਰਿਆਂ ਨੇ ਵਧੀਆ ਕੰਮ ਕੀਤਾ, ਬਟ ਅਸੀਂ ਇਹ ਨਹੀਂ ਤਵੱਕੋ ਰੱਖਦੇ ਸੀ ਵੀ ਸਾਨੂੰ ਉਸ ਚੀਜ਼ ਦਾ ਜਿਹੜਾ ਇਸ ਤਰ੍ਹਾਂ ਦਾ ਇਨਾਮ ਮਿਲੂਗਾ। ਸਰ, ਦਰਸ਼ਕਾਂ ਨੂੰ ਇਹ ਜ਼ਰੂਰ ਦੱਸੋ NPA ਕੀ ਚੀਜ਼ ਹੁੰਦੀ ਹੈ, ਜੇ ਲੇਮੈਨ ਕੋਈ ਕਿਸੇ ਨੂੰ। ਬਿਲਕੁਲ, ਇਹਦਾ ਜੇ ਦੇਖੋ ਜੀ, NPA ਦਾ ਮਤਲਬ ਹੈਗਾ ਨਾਨ ਪ੍ਰੈਕਟਿਸਿੰਗ ਅਲਾਊਂਸ, ਇਹ ਲੇਕਿਨ ਇਹ ਸ਼ਬਦ ਗਲਤ ਆ। ਇਹ ਬੇਸਿਕਲੀ ਹਾਈ ਰਿਸਕ ਅਲਾਊਂਸ ਸਾਨੂੰ ਕੋਰਟ ਨੇ ਦਿੱਤਾ। ਕੋਰਟ ਨੇ ਸਾਨੂੰ ਇਹ ਹੱਕ ਦਿੱਤਾ ਵੀ ਜਿਹੜੇ ਡਾਕਟਰ ਆ, ਸਾਡਾ ਜਿਹੜੀ ਮੈਡੀਕਲ ਪ੍ਰੋਫੈਸ਼ਨ ਆ, ਉਹਦੇ 'ਚ ਐਂਟਰੀ ਲੈਣ ਲਈ ਬੜੀ ਔਖੀ ਪੜ੍ਹਾਈ ਕਰਨੀ ਪੈਂਦੀ ਆ। ਔਰ ਉਸ ਤੋਂ ਬਾਅਦ ਜਦੋਂ ਮੈਡੀਕਲ ਕਾਲਜ 'ਚ ਦਾਖਲਾ ਲੈਂਦੇ ਆ, ਮੈਡੀਕਲ ਡੈਂਟਲ ਸਾਰੇ ਵੀ ਜਿੰਨੇ ਵੀ ਮੈਡੀਕਲ ਰਿਲੇਟਡ ਕਾਲਜ ਨੇ, ਬੜੀ ਕਰੀਮ ਜਿਹੜੀ ਆ ਇਹ ਸਟੂਡੈਂਟਸ ਦੀ ਉਹ ਔਖੀ ਪੜ੍ਹਾਈ ਕਰਕੇ ਮੈਡੀਕਲ ਕਾਲਜ ਦਾਖਲਾ ਲੈਂਦੀ ਆ। ਔਰ ਸਾਡੀ ਜਿਹੜੀ ਪੜ੍ਹਾਈ ਦਾ ਕੋਰਸ ਆ ਉਹ ਆਮ ਜਿਵੇਂ ਇੰਜੀਨੀਅਰਿੰਗ ਵਗੈਰਾ ਹੈਗਾ 4 ਸਾਲ ਦੇ, ਸਾਡਾ 5.5 ਸਾਲ ਦਾ ਕੋਰਸ ਆ। ਲੰਬਾ ਕੋਰਸ ਹੋਣ ਕਰਕੇ ਸਾਡੀ ਜਿਹੜੀ ਜੌਬ 'ਚ ਐਂਟਰੀ ਉਹ ਲੇਟ ਹੁੰਦੀ ਆ, ਉਹਦੇ ਕਰਕੇ ਸਾਡੀਆਂ ਅੱਗੇ ਜਿਹੜੀ ਸਰਵਿਸ ਦੀ ਲੈਂਥ ਆ ਉਹ ਘੱਟ ਜਾਂਦੀ ਆ। ਜੇ ਅਸੀਂ ਲੇਟ ਜੁਆਇਨ ਕਰਾਂਗੇ 58 ਤੇ ਰਿਟਾਇਰ ਹੋ ਜਾਣਾ, ਸਾਡੇ ਨੰਬਰ ਆਫ ਈਅਰਸ ਆਫ ਸਰਵਿਸ ਬਹੁਤ ਘੱਟ ਜਾਂਦੇ ਆ, ਉਹਦੇ ਸਾਡੀਆਂ ਪ੍ਰਮੋਸ਼ਨਸ ਘੱਟ ਜਾਣਗੀਆਂ। ਇਹ ਸਾਰੇ ਚੀਜ਼ਾਂ ਨੂੰ ਦੇਖਦੇ ਹੋਏ ਫਿਰ ਅਸੀਂ ਜਿਹੜੀ ਔਖੀਆਂ ਡਿਊਟੀਆਂ ਕਰ ਰਹੇ ਹਾਂ, 24 ਘੰਟੇ ਅਸੀਂ ਔਨ ਕਾਲ ਰਹਿੰਦੇ ਹਾਂ। ਪਿੰਡਾਂ 'ਚ ਅਸੀਂ ਗਜ਼ਟਡ ਆਫੀਸਰ, ਹੈਲਥ ਮਹਿਕਮਾ ਹੀ ਆ ਜਿਹੜਾ ਗਜ਼ਟਡ ਆਫੀਸਰ ਪਿੰਡਾਂ 'ਚ ਪੋਸਟਡ ਆ, ਕੋਈ ਕਲਾਸ 1 ਆਫੀਸਰ ਪਿੰਡਾਂ 'ਚ ਨਹੀਂ ਪੋਸਟਡ ਹੈਗਾ ਜੀ। ਠੀਕ ਹੈ ਜੀ। ਫਿਰ ਕੋਵਿਡ ਹੋਣਾ ਹੈ, ਉਸ ਤੋਂ ਪਹਿਲਾਂ ਬੜੀਆਂ ਭਿਆਨਕ ਬਿਮਾਰੀਆਂ, ਹੈਪੇਟਾਈਟਸ C, ਏਡਸ ਜਦੋਂ ਆਇਆ, ਸਾਰਾ ਕੁਛ ਹੈ ਨਾ ਜੀ, ਉਹ ਰਿਸਕ 'ਤੇ ਅਸੀਂ ਕਰ ਰਹੇ ਹਾਂ ਡਿਊਟੀ, 24 ਘੰਟੇ ਡਿਊਟੀਆਂ ਕਰ ਰਹੇ ਹਾਂ। ਇਹ ਸਾਰੀਆਂ ਚੀਜ਼ਾਂ ਨੂੰ, ਰਿਸਕ ਨੂੰ ਦੇਖਦੇ ਹੋਏ ਸਾਡੀ ਜਿਹੜੀ ਲੰਬੀ ਪੜ੍ਹਾਈ ਆ ਜਾਂ ਔਖੀ ਸਟੱਡੀ, ਸਾਰਾ ਕੁਛ 4-5 ਜਿਹੜੇ ਪੁਆਇੰਟਸ ਨੇ, ਫੈਕਟਰਸ ਨੂੰ ਗਿਣਦੇ ਹੋਏ ਸਰਕਾਰ ਨੇ ਸਾਨੂੰ ਇੱਕ ਰਿਲੀਫ ਦਿੱਤਾ ਸੀਗਾ, ਇਹਨੂੰ ਐਜ਼ ਏ ਨਾਨ ਪ੍ਰੈਕਟਿਸਿੰਗ ਅਲਾਊਂਸ ਦਾ ਨਾਮ ਦੇ ਕੇ। ਉਹਦੇ ਤੇ ਸਰਕਾਰ ਨੇ ਹੁਣ ਕੱਟ ਲਾਇਆ।
ਸਰ ਕੱਟ ਕਿੰਨਾ ਕੁ ਲੱਗਿਆ, ਪਹਿਲਾਂ ਕਿੰਨਾ ਸੀ ਤੇ ਹੁਣ ਕਿੰਨਾ ਹੋ ਗਿਆ? ਪਹਿਲਾਂ 25% ਸੀ, ਹੁਣ 20% ਕਰਤਾ। ਪਹਿਲਾਂ ਇਹਨੂੰ ਬੇਸਿਕ ਪੇ ਦਾ ਹਿੱਸਾ ਮੰਨਿਆ ਜਾਂਦਾ ਸੀ, ਜਿਹਨੇ ਬਾਕੀ ਭੱਤੇ ਹੁੰਦੇ ਸੀ ਉਹ 25% ਐਨਪੀਏ ਬੇਸਿਕ ਪੇ ਦੇ ਨਾਲ ਰਲਾ ਕੇ ਉਹਦੇ ਤੇ ਕਾਊਂਟ ਹੁੰਦੇ ਸੀ। ਸਰ ਪੁੱਛ ਲੈਣਾ ਸੀ ਕੈਪਟਨ ਸਾਹਿਬ ਨੂੰ ਕਿ ਜੇ ਤੁਹਾਡਾ ਸੀਐਮ ਕੇਅਰ ਫੰਡ ਵਿੱਚ ਤਾਂ ਨਹੀਂ ਆਪਣੇ ਆਪ ਹੀ 5% ਕੱਟ ਲਿਆ? ਨਹੀਂ, ਸਾਨੂੰ ਨਹੀਂ ਪਤਾ ਕਿੱਥੇ ਕੱਟਿਆ, ਪਰ ਲੇਕਿਨ ਇਹ ਸਰਕਾਰ ਨੇ ਸ਼ੋਅ ਕੀਤਾ। ਤੁਸੀਂ ਜਿਹੜੀ ਹਾਸੇ ਵਾਲੀ ਗੱਲ ਇਹ ਹੈ ਵੀ ਪੇ ਕਮਿਸ਼ਨ ਜਦੋਂ ਆਉਂਦੀ ਆ ਤਾਂ ਸਰਕਾਰ ਨੂੰ ਲੋਕਾਂ ਨੂੰ ਕੁਝ ਦੇਣਾ ਪੈਂਦਾ, ਤੇ ਜਦੋਂ ਸਾਡਾ ਜਿਹੜਾ ਐਨਪੀ ਹੈ ਉੱਥੇ ਜਿਹੜੀ ਰਿਕਮੈਂਡੇਸ਼ਨ ਆਈਆਂ ਉਹਦੇ 'ਚ ਸ਼ੋਅ ਕੀਤਾ ਵੀ 1.83 ਕਰੋੜ ਦਾ ਸਾਨੂੰ ਵਿੱਤੀ ਫਾਇਦਾ ਹੋਣ ਜਾ ਰਿਹਾ ਜੇ ਅਸੀਂ ਐਨਪੀਏ ਕੱਟਾਂਗੇ। ਸਰਕਾਰ ਆਪਣਾ ਫਾਇਦਾ ਸੋਚਣ ਲੱਗੀ ਹੈ, ਬੈਲੈਂਸ ਸ਼ੀਟ ਦੇਖਣ ਲੱਗੀ, ਨਾ ਕਿ ਮੁਲਾਜ਼ਮਾਂ ਦਾ ਫਾਇਦਾ ਦੇਖਣ ਲੱਗੀ ਹੈ। ਕਿਉਂਕਿ 4 ਸਾਲ ਤੋਂ ਇਹ ਕਹਿ ਰਹੇ ਸੀ ਖਜ਼ਾਨਾ ਖਾਲੀ ਹੋ ਸਕਦਾ ਹੈ, ਡਾਕਟਰ ਮੁਲਾਜ਼ਮਾਂ ਦਾ ਹੀ ਆਪਾਂ ਕੱਟ ਲਈਏ, ਮਾੜਾ ਮੋਟਾ ਖਜ਼ਾਨੇ 'ਚ ਪਾ ਲਈਏ। ਸਰ ਕਿਹੜੇ ਡਾਕਟਰ ਜੇ ਆਪਾਂ ਗੱਲ ਕਰੀਏ ਸਟ੍ਰਾਈਕ ਤੇ ਨੇ, ਐਲੋਪੈਥੀ ਵਾਲੇ ਸਟ੍ਰਾਈਕ ਤੇ ਨੇ ਜਾਂ ਪੂਰੀ ਜਿਹੜੀ ਡਾਕਟਰਸ ਕਮਿਊਨਿਟੀ ਆ ਸਟ੍ਰਾਈਕ ਤੇ ਹੈ ਪੰਜਾਬ? ਸਰ ਇਹ ਪਹਿਲੀ ਵਾਰੀ ਇਤਿਹਾਸ 'ਚ ਹੋਇਆ ਕਿ ਸੈਂਟਰਲ ਪੇ ਕਮਿਸ਼ਨ ਤੋਂ ਸਾਡੀ ਜਿਹੜੀ ਪੰਜਾਬ ਸਟੇਟ ਆ ਉਹ ਡਾਕਟਰਾਂ ਨੂੰ ਤਨਖਾਹਾਂ ਘੱਟ ਦੇ ਰਹੀ ਹੈ, ਔਰ ਇਹ ਪਹਿਲੀ ਵਾਰੀ ਹੋਇਆ। ਸੋ ਇਸ ਦੇ ਸਿੱਟੇ ਵਜੋਂ ਪੰਜਾਬ ਦੀਆਂ ਜਿੰਨੀਆਂ ਵੀ ਗਵਰਨਮੈਂਟ ਡਾਕਟਰ ਐਸੋਸੀਏਸ਼ਨ ਹੈ, ਭਾਵੇਂ ਉਹ PCMS ਐਸੋਸੀਏਸ਼ਨ ਹੈ, ਭਾਵੇਂ ਉਹ ਵੈਟਰਨਰੀ ਆਫੀਸਰ ਐਸੋਸੀਏਸ਼ਨ ਹੈ, ਭਾਵੇਂ ਉਹ ਡੈਂਟਲ ਡਾਕਟਰਸ ਐਸੋਸੀਏਸ਼ਨ ਹੈ, ਭਾਵੇਂ ਉਹ ਆਯੁਰਵੈਦਿਕ, ਇਸ ਹੋਮਿਓਪੈਥੀ ਡਾਕਟਰ, ਇਹ ਸਾਰੀਆਂ ਡਾਕਟਰਸ ਦੀਆਂ ਜਥੇਬੰਦੀਆਂ ਇੱਕੋ ਪਲੇਟਫਾਰਮ ਤੇ ਆ ਕੇ ਜੁਆਇੰਟ ਐਕਸ਼ਨ ਕਮੇਟੀ ਬਣਾ ਕੇ ਸਰਕਾਰ ਦੇ ਇਸ ਫੈਸਲੇ ਦੇ ਖਿਲਾਫ ਸੰਘਰਸ਼ ਦੇ ਉਤਰਨ ਲਈ ਮਜਬੂਰ ਹੋਈਆਂ। ਔਰ ਤੁਸੀਂ ਇਹ ਦੇਖੋ ਕਿ ਜਦੋਂ ਵੀ ਪੇ ਕਮਿਸ਼ਨ ਆਂਦਾ, ਪੰਜਾਬ ਸਰਕਾਰ ਅਜੇ ਤੱਕ ਜਿੰਨਾ ਵੀ ਆਪਣੇ ਡਾਕਟਰਸ ਨੂੰ ਪੇ ਕਮਿਸ਼ਨ ਦਿੰਦੀ ਰਹੀ ਹੈ, ਬਾਕੀ ਸਟੇਟਸ ਪੰਜਾਬ ਨੂੰ ਫਾਲੋ ਕਰਦੀਆਂ ਸੀ। ਔਰ ਇਹ ਪਹਿਲੀ ਵਾਰੀ ਹੋ ਰਿਹਾ ਕਿ ਬਾਕੀ ਰਾਜ ਇਹ ਦੇਖ ਰਿਹਾ ਕਿ ਪੰਜਾਬ ਦੇ ਡਾਕਟਰਸ ਦੀ ਤਨਖਾਹ ਜਿਹੜੀ ਆ ਬਾਕੀ ਸਟੇਟਾਂ ਤੋਂ ਵੀ ਘਟਾਤੀ, ਸੈਂਟਰ ਤੋਂ ਵੀ ਘਟਾਤੀ। ਸੋ ਇਹ ਬੜੀ ਪੀੜਾਦਾਇਕ ਗੱਲ ਹੈ ਕਿ ਜਿੱਥੇ ਡਾਕਟਰਸ ਨੇ ਇੰਨਾ ਜ਼ਿਆਦਾ ਕੰਟਰੀਬਿਊਸ਼ਨ ਦਿੱਤੀ, ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਹੋਏ ਲੋਕਾਂ ਦੀਆਂ ਸੇਵਾਵਾਂ ਦਿੱਤੀਆਂ। ਔਰ ਤੁਸੀਂ ਦੇਖੋ ਪ੍ਰਮਾਤਮਾ ਦੀ ਮਿਹਰ ਨਾਲ ਕਦੀ ਕਿਸੇ ਨੇ ਸੋਚਿਆ ਵੀ ਜੋ ਅਪ੍ਰੈਲ ਦੇ ਵਿੱਚ ਇਸ ਤਰ੍ਹਾਂ ਕੋਵਿਡ ਦੀ ਪੀਕ ਬਣ ਗਈ ਸੀ ਔਰ ਉਹ ਅੱਜ ਦੀ ਡੇਟ 'ਚ ਅਸੀਂ ਜੂਨ ਮਹੀਨੇ 'ਚੋਂ ਲੰਘ ਰਹੇ ਔਰ ਆਲਮੋਸਟ ਫਲੈਟਨ ਹੋ ਗਈ ਹੈ। ਸੋ ਇਹ ਸਾਰੀ ਕਿੱਡੀ ਵੱਡੀ ਕੰਟਰੀਬਿਊਸ਼ਨ ਹੈ ਸਾਡੇ ਹੈਲਥ ਦੇ ਡਾਕਟਰਸ ਦੀ ਹੈ। ਔਰ ਇਸੇ ਤਰ੍ਹਾਂ ਮੈਂ ਤੁਹਾਨੂੰ ਜੇ ਵੈਟਰਨਰੀ ਡਿਪਾਰਟਮੈਂਟ ਦੀ ਗੱਲ ਕਰਾਂ ਤਾਂ ਕਰੋਨਾ ਦੇ ਟਾਈਮ 'ਚ ਜਦੋਂ ਲੋਕੀ ਦੁਕਾਨਾਂ ਤੇ ਜਾਂਦੇ ਸੀ 5-5 ਵਾਰੀ ਹੱਥ ਧੋਂਦੇ ਸੀ ਜਾ ਕੇ, ਸਾਡੇ ਡਾਕਟਰਸ ਨੇ ਪਿਛਲਾ ਜਿਹੜਾ ਸਾਲ ਗਿਆ ਉਹਦੇ ਵਿੱਚ 33 ਲੱਖ ਪਸ਼ੂਆਂ ਦਾ ਇਲਾਜ ਕੀਤਾ। 33 ਲੱਖ ਇਹ ਕਹਿਣ ਦੀ ਗੱਲ ਆ। ਤੁਸੀਂ ਦੇਖੋ ਵੀ ਕਿੰਨੀ ਸ਼ਿੱਦਤ ਦੇ ਨਾਲ, ਕਿੰਨੀ ਮਿਹਨਤ ਦੇ ਨਾਲ, ਕਿਉਂਕਿ ਸਾਡੇ ਡਾਕਟਰ ਜਿਹੜੇ ਲੋਕਾਂ 'ਚ ਵਿਚਰਦੇ ਆ ਉਹਨਾਂ 'ਚ ਪਰਿਵਾਰ ਵਾਂਗੂ ਵਿਚਰਦੇ ਆ। ਔਰ ਦੂਜੀ ਬਹੁਤ ਵੱਡੀ ਗੱਲ, 31 ਲੱਖ ਪਸ਼ੂਆਂ ਦਾ ਜਿਹੜਾ ਅਸੀਂ ਗਰਭਦਾਨ ਠਹਿਰਾ ਕੇ ਉਹਦੇ ਇੰਜੈਕਸ਼ਨ ਲਗਵਾ ਕੇ ਜਿਹੜੀ ਪੰਜਾਬ ਦੇ ਵਿੱਚ ਦੁੱਧ ਦੀ ਸਪਲਾਈ ਨਹੀਂ ਟੁੱਟਣ ਦਿੱਤੀ। ਇਹ ਸਭ ਤੋਂ ਵੱਡਾ ਜਿਹੜਾ ਇੱਕ ਸਾਡਾ ਕਿਸਾਨਾਂ ਦਾ ਜਿਹੜਾ, ਕਿਉਂਕਿ ਸਾਡੀ ਪੰਜਾਬ ਦੀ ਆਰਥਿਕਤਾ ਤੇ 70% ਐਗਰੀਕਲਚਰ ਤੇ ਚੱਲ ਰਹੀ ਆ, ਉਹਦੇ ਚੋਂ ਮੇਜਰ ਕੰਟਰੀਬਿਊਸ਼ਨ ਜਿਹੜੀ ਉਹ ਐਨੀਮਲ ਹਸਬੈਂਡਰੀ ਦੀ ਹੈ। ਉਹ ਜੇ ਸਾਡਾ ਦੁੱਧ ਦਾ ਉਤਪਾਦਨ ਲਗਾਤਾਰ ਹੁੰਦਾ ਰਿਹਾ, ਸਾਡੇ ਕੋਈ ਪੰਜਾਬ ਵਿੱਚ ਕੋਈ ਸ਼ਹਿਰ 'ਚ ਰਹਿ ਰਿਹਾ, ਪਿੰਡਾਂ 'ਚ ਰਹਿ ਰਿਹਾ, ਭਾਵੇਂ ਉਹ ਅਫਸਰ ਹੈ, ਭਾਵੇਂ ਉਹ ਮਿਨਿਸਟਰ ਹੈ, ਇਹ ਸਿਰਫ ਵੈਟਰਨਰੀ ਡਾਕਟਰਸ ਦੀ ਕੰਟਰੀਬਿਊਸ਼ਨ ਹੈ ਕਿ ਇਹ ਦੁੱਧ ਦੀ ਸਪਲਾਈ, ਆਂਡਿਆਂ ਦੀ ਸਪਲਾਈ, ਮੀਟ ਦੀ ਸਪਲਾਈ ਲਗਾਤਾਰ ਚੱਲਦੀ ਰਹੀ ਆ। ਸੋ ਅਸੀਂ ਦੇਖੋ ਕਿ ਹੁਣ FD ਡਿਪਾਰਟਮੈਂਟ ਇੱਕ ਗੱਲ ਇਹ ਲਿਖ ਰਿਹਾ ਕਿ ਜਿਹੜਾ NPA ਉਹਨੂੰ ਇੱਕ ਅਲਾਊਂਸ ਵਜੋਂ ਹੀ ਰੱਖ ਕੇ ਕਿ ਉਹ 'ਚ ਇਹ ਲਿਖ ਰਿਹਾ ਵੀ 1.82 ਕਰੋੜ ਜਿਹੜਾ ਸਾਨੂੰ ਮਾਸਿਕ ਜਿਹੜਾ ਸਰਕਾਰ ਨੂੰ ਫਾਇਦਾ ਹੋਏਗਾ। ਅਸੀਂ ਤਾਂ ਇਹ ਐਕਸਪੈਕਟ ਕਰਦੇ ਕਿ ਇੰਨੀ ਜ਼ਿਆਦਾ ਵੱਡੀ ਕੰਟਰੀਬਿਊਸ਼ਨ ਜਿਹੜੀ ਡਾਕਟਰਸ ਦੀ ਹੈ, ਕੋਈ 5 ਕਰੋੜ ਦਾ ਇਹਨਾਂ ਨੂੰ ਇਨਸੈਂਟਿਵ ਦਿੰਦੀ, 33% ਇਹਨਾਂ ਨੂੰ NPA ਦਿੰਦੀ, ਉਹ 'ਤੇ ਅਲਾਊਂਸਸ ਦਿੰਦੀ। ਇਹ ਉਲਟਾ ਪਤਾ ਨਹੀਂ ਕਿਹੜੇ ਚੱਕਰਾਂ 'ਚ ਸਰਕਾਰ ਪੈ ਗਈ, ਕਿਹੜੇ ਇਹਦੇ ਐਡਵਾਈਜ਼ਰ ਬਣ ਗਏ। ਸੋ ਡਾਕਟਰਸ ਜਿਹੜੇ ਆ ਇਸੇ ਤਰ੍ਹਾਂ ਹੀ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਆ, ਡਾਕਟਰਾਂ ਨੂੰ ਨਿਰਾਸ਼ ਨਹੀਂ ਕਰਨਾ ਚਾਹੀਦਾ। ਸੋ ਜੇ ਹੁਣ ਵੀ ਸਰਕਾਰ ਜਿਹੜੀ ਆ, ਅਸੀਂ ਹਫਤੇ ਦਾ ਸਾਰੀਆਂ ਜਥੇਬੰਦੀਆਂ ਨੇ ਟਾਈਮ ਦਿੱਤਾ ਕਿ ਜੇ ਇੱਕ ਹਫਤੇ ਦੇ ਵਿੱਚ ਆਪਣੀ ਜਿਹੜੀ ਆ ਇਹ ਸਾਡੀ ਮੰਗ ਨੂੰ ਪੂਰਾ ਨਹੀਂ ਕਰਦੀ ਤਾਂ ਵੱਡੇ ਸੰਘਰਸ਼ ਲਈ ਸਾਨੂੰ ਮਜਬੂਰ ਹੋਣਾ ਪਊਗਾ। ਸਰ ਹੋ ਸਕਦਾ ਹੈ ਵੀ ਸਰਕਾਰ ਨੂੰ ਪਤਾ ਹੈ, ਸਭ ਨੂੰ ਹੀ ਪਤਾ ਹੈ ਕਿ ਡਾਕਟਰ ਨੂੰ, ਜਿਵੇਂ ਮੈਂ ਸ਼ੁਰੂਆਤ ਕੀਤੀ ਹੈ, ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਤੇ ਰੱਬ ਨੂੰ ਦਾਤਾ ਕਿਹਾ ਜਾਂਦਾ, ਦੇਣ ਵਾਲਾ, ਹੈ ਨਾ। ਤੇ ਹੋ ਸਕਦਾ ਸਰਕਾਰ ਨੂੰ ਇਹ ਲੱਗਦਾ ਹੋਵੇ ਵੀ ਅਸੀਂ ਡਾਕਟਰ ਜਿਹੜੇ ਨੇ ਚੰਗੀ ਸਿਹਤ ਤਾਂ ਦਿੰਦੇ ਹੀ ਨੇ, ਕੋਈ ਨਾ ਇਹਨਾਂ ਜੇਬਾਂ ਦੇ ਡੱਕ ਵੀ ਮਾਰ ਲਓ, ਸਾਡੇ ਵੀ ਖਜ਼ਾਨੇ ਖਾਲੀ ਪਏ ਨੇ, ਇਹਨਾਂ ਜੇਬਾਂ 'ਚ ਭਰ ਲਓ ਖਜ਼ਾਨੇ। ਦੇਖੋ ਜੀ, ਸਰਕਾਰ ਕੋਈ ਵਿਜ਼ਨ ਦਿੰਦੀ ਹੈ ਨਾ, ਇਹ ਮੇਰੀ ਪਰਸਨਲ ਸੋਚ ਹੈ। ਜੇ ਕੋਈ ਸਰਕਾਰ ਵਿਜ਼ਨ ਦਿੰਦੀ ਹੈ ਕਿ ਸਾਡੀ 5 ਸਾਲ ਦੀ, 10 ਸਾਲ ਦੀ ਸਾਡੀ ਆਹ ਵਿਜ਼ਨ ਹੈ, ਆਪਣੀ ਸਟੇਟ ਨੂੰ ਅਸੀਂ ਇੱਥੇ ਤੱਕ ਲੈ ਕੇ ਜਾਣਾ, ਤੇ ਸਾਨੂੰ ਸਾਰੇ ਆਫਿਸਰਸ ਦੀ, ਸਾਰੇ EMPLOYEES ਦੀ, ਸਾਰੇ ਪੰਜਾਬੀਆਂ ਦੀ ਕੰਟਰੀਬਿਊਸ਼ਨ ਚਾਹੀਦੀ ਆ। ਅਸੀਂ ਸਭ ਤੋਂ ਪਹਿਲਾਂ ਆਵਾਂਗੇ, ਆਪਣਾ 10ਵਾਂ ਦੀ ਵੀ ਦਿਆਂਗੇ ਸਰਕਾਰ ਨੂੰ ਆ ਕੇ। ਜੇ ਇਹੋ ਜਿਹੇ ਹਾਲਾਤ ਹੁੰਦੇ ਆ ਤਾਂ ਅਸੀਂ ਪੰਜਾਬ ਦਾ ਖਜ਼ਾਨਾ ਪਹਿਲਾਂ ਹੀ ਜਿਹੜਾ ਵਾ ਅਸੀਂ ਉਹ 'ਚ ਪੂਰੀ ਕੰਟਰੀਬਿਊਸ਼ਨ ਦੇ ਰਹੇ ਹਾਂ, ਵੱਡੀ ਆਰਥਿਕਤਾ ਨੂੰ ਜਿਹੜਾ ਹੁਲਾਰਾ ਅਸੀਂ ਦੇ ਰਹੇ ਹਾਂ। ਸੋ ਬਿਲਕੁਲ ਗੱਲ ਸਰ ਨੇ ਬਿਲਕੁਲ ਠੀਕ ਕਹੀ ਹੈ। ਸਰ ਮੈਂ ਇੱਕ ਸਵਾਲ ਪੁੱਛਣਾ ਚਾਹਾਂਗਾ, ਹੋ ਸਕਦਾ ਤੁਸੀਂ ਜਵਾਬ ਇਸਦਾ ਦਿਓ ਨਾ ਦਿਓ। ਜਦੋਂ ਸਿਹਤ ਮੰਤਰੀ ਸਾਹਿਬ ਨੂੰ ਸਾਡੇ ਨੂੰ ਕਰੋਨਾ ਹੋਇਆ, ਉਹ 6 ਫੇਜ਼ ਸਰਕਾਰੀ ਹਸਪਤਾਲ ਉੱਥੇ ਨਹੀਂ ਗਏ, ਉਹ ਨਿੱਜੀ ਹਸਪਤਾਲ ਵਿੱਚ ਜਾ ਕੇ ਦਾਖਲ ਹੁੰਦੇ ਨੇ। ਕੀ ਚੱਕਰ ਹੈ? ਸਾਡਾ ਸਰਕਾਰੀ ਜਿਹੜਾ ਤੰਤਰ ਹੈ ਸਿਹਤ ਦਾ, ਸਿਹਤ ਸੇਵਾਵਾਂ ਦਾ, ਉਹ ਠੀਕ ਨਹੀਂ, ਦਰੁਸਤ ਨਹੀਂ ਹੋ?
ਨਹੀਂ, ਦਿਨੋਂ ਦਿਨ ਇਹੀ ਤਾਂ ਅਸੀਂ ਬੇਨਤੀ ਕਰ ਰਹੇ ਹਾਂ ਕਿ ਜਿਹੜਾ ਹੁਣ ਟਾਈਮ ਚੱਲ ਰਿਹਾ ਇਹ ਤੋਂ ਵੱਧ ਜਿਹੜਾ ਸਾਡਾ ਸਰਕਾਰੀ ਤੰਤਰ ਹੈ, ਜੇ ਇਸੇ ਤਰ੍ਹਾਂ ਹੀ ਟ੍ਰੈਂਡ ਚੱਲਦਾ ਰਿਹਾ ਤਾਂ ਸਾਡੇ ਸਰਕਾਰੀ ਡਾਕਟਰ ਹੋਰ ਨਿਰਾਸ਼ ਹੋਣਗੇ। ਕੌਣ ਜੌਬ ਕਰੂਗਾ? ਜਦੋਂ ਪ੍ਰਾਈਵੇਟ ਸੈਕਟਰ ਜਾ ਕੇ ਤੁਸੀਂ ਇੰਨੀਆਂ ਹਾਈ ਸੈਲਰੀਜ਼ ਕਾਰਪੋਰੇਟ ਸੈਕਟਰ ਦਿੰਦਾ ਤਾਂ ਫਿਰ ਸਰਕਾਰੀ ਹਸਪਤਾਲਾਂ 'ਚ ਕੌਣ ਰਹੂਗਾ? ਨਹੀਂ, ਉਹ ਤਾਂ ਮੈਂ ਮੰਨਿਆ, ਲੇਕਿਨ ਤੁਹਾਨੂੰ ਲੱਗਦਾ ਹੈ ਵੀ ਜਿਹੜੀ ਫੈਸਿਲਿਟੀ ਸਰਕਾਰੀ ਹਸਪਤਾਲਾਂ ਦੇ ਵਿੱਚ ਨੇ ਉਹ ਦਰੁਸਤ ਨੇ, ਡਾਕਟਰ ਤਾਂ ਆਪਣਾ ਕੰਮ ਕਰ ਰਹੇ ਨੇ, ਪਰ ਜੋ ਸਰਕਾਰ ਦਾ ਪਾਰਟ ਹੈ, ਜੋ ਮਸ਼ੀਨਰੀ ਅਵੇਲੇਬਲ ਕਰਵਾਉਣੀ ਹੈ, ਜੋ ਟੈਕਨੀਕਲਿਟੀਜ਼ ਜੋ ਕੁਝ ਹੁੰਦੀਆਂ ਨੇ ਉਹ ਦਰੁਸਤ ਨੇ? ਦੇਖੋ, ਐਟ ਪ੍ਰੈਜ਼ੈਂਟ ਸਾਡੇ ਕਾਫੀ ਸਰਕਾਰੀ ਹਸਪੀਟਲ ਹੈ ਜਿੱਥੇ ਹਰ ਤਰ੍ਹਾਂ ਦੀ ਫੈਸਿਲਿਟੀ ਆ, ਭਾਵੇਂ ਉਹ ਵੈਂਟੀਲੇਟਰ 6 ਫੇਸ ਵਾਲੇ ਹਸਪਤਾਲ 'ਚ ਹੈਗੀ ਹੈ ਕਿ ਨਹੀਂ? ਇੱਥੇ ਵੀ ਹਰ ਤਰ੍ਹਾਂ ਦੀ ਫੈਸਿਲਿਟੀ। ਫਿਰ ਸਿਹਤ ਮੰਤਰੀ ਸਾਹਿਬ ਉੱਥੇ ਕਿਉਂ ਨਹੀਂ ਗਏ? ਤੁਹਾਡਾ ਕੀ ਨਿੱਜੀ ਤੌਰ ਤੇ ਮੰਨਣਾ ਹੈ? ਮੈਂ ਸਮਝ ਸਕਦਾ ਤੁਸੀਂ ਨੌਕਰੀ ਵਿੱਚ ਆਏ ਕਿ ਤੁਸੀਂ ਸ਼ਾਇਦ ਨਾ ਬੋਲੋ, ਲੇਕਿਨ ਕੀ ਜੇ 6 ਫੇਸ ਸਰਕਾਰੀ ਹਸਪਤਾਲ ਜਾਂਦੇ ਸਿਹਤ ਮੰਤਰੀ ਤਾਂ ਵੀ ਉਹੀ ਇਲਾਜ ਹੁੰਦਾ ਜੋ ਨਿੱਜੀ ਹਸਪਤਾਲ 'ਚ ਹੋਇਆ? ਦੇਖੋ, ਮਿਨਿਸਟਰ ਸਾਹਿਬ ਨੇ ਉਹ ਸਾਰਿਆਂ ਨਾਲ ਇਨ ਟੱਚ ਕਿ ਹੈਲਥ ਡਿਪਾਰਟਮੈਂਟ ਸਾਡਾ ਜਿਹੜਾ ਗਵਰਨਮੈਂਟ ਹੈਲਥ ਸੈਕਟਰ ਆ ਉਹ ਸਾਰੇ ਦਾ ਸਾਰਾ ਮਿਨਿਸਟਰ ਸਾਹਿਬ ਨਾਲ ਇਨ ਟੱਚ ਸੀਗਾ। ਉਹ ਜਿੱਥੇ ਵੀ ਮੌਕੇ ਤੇ ਹਾਲਾਤਾਂ ਦੇ ਹਿਸਾਬ ਨਾਲ ਜੋ ਉਹਨਾਂ ਨੂੰ ਲੱਗਿਆ ਮੌਕੇ ਤੇ ਉਹਨਾਂ ਦਾ ਉੱਥੇ ਟ੍ਰੀਟਮੈਂਟ ਕੀਤਾ, ਪਰ ਸਾਰਾ ਸਾਡਾ ਪੰਜਾਬ ਦਾ ਡਿਪਾਰਟਮੈਂਟ ਉਹ ਪੂਰੀ ਤਰ੍ਹਾਂ ਨਾਲ ਉਹਨਾਂ ਦੇ ਸੀਗਾ ਔਰ ਪੂਰੀ ਇਨ ਟੱਚ ਰਹੇ। ਚਲੋ ਸਰ, ਡਾਕਟਰ ਦਾ ਤੁਸੀਂ ਮੇਰੇ ਖਿਆਲ ਜਦੋਂ ਗ੍ਰੈਜੂਏਸ਼ਨ ਕੀਤੀ ਹੋਣੀ ਹੈ, ਮਤਲਬ ਉਸ ਤੋਂ ਬਾਅਦ ਬਣੇ ਹੋਣੇ ਹੋ, ਉਸ ਤੋਂ ਪਹਿਲਾਂ ਤੁਸੀਂ ਪੰਜਾਬ ਜੰਮ ਪਾਲੋ ਤੇ ਇੱਥੇ ਦੇ ਵੋਟਰ ਵੀ ਹੋ। ਸਰਕਾਰ ਦੀ ਕਾਰਗੁਜ਼ਾਰੀ ਨੂੰ ਤੁਸੀਂ ਹੁਣ ਤੱਕ ਕਿਵੇਂ ਦੇਖਦੇ ਹੋ? ਜੇ ਗੱਲ ਕਰੀਏ, ਤੁਹਾਨੂੰ ਲੱਗਦਾ ਹੈ ਵੀ 2022 ਦੇ ਵਿੱਚ ਜਿਹੜੀ ਕਾਂਗਰਸ ਕਹਿ ਰਹੀ ਹੈ ਅਸੀਂ 85% ਵਾਅਦੇ ਪੂਰੇ ਕੀਤੇ ਨੇ ਤੇ ਦੁਬਾਰਾ ਸਰਕਾਰ ਬਣਾਵਾਂਗੇ, ਹਾਲਾਤ ਹੈਗੇ ਨੇ ਇਹਨਾਂ ਦੇ ਸਰਕਾਰ ਬਣਾਉਣ ਵਾਲੇ? ਦੇਖੋ, ਸਾਡਾ ਜਿਹੜਾ ਅਸੀਂ ਗਵਰਨਮੈਂਟ EMPLOYEES ਆ, ਆਫਿਸਰਸ ਆ, ਸਾਡਾ ਤਾਂ ਜ਼ਿਆਦਾ ਵਾ ਐਜ਼ ਪੇ ਕਮਿਸ਼ਨ ਨਾਲ ਹੀ ਪੈਂਦਾ ਕਿ ਜਦੋਂ ਪੇ ਕਮਿਸ਼ਨ ਆਉਂਦਾ ਉਹਦੀ ਰਿਫਲੈਕਸ਼ਨ ਕਿਸ ਤਰ੍ਹਾਂ, ਕਿਉਂਕਿ 10 ਸਾਲ ਤੋਂ ਅਸੀਂ ਵੇਟ ਕਰ ਰਹੇ ਸੀ, 2006 ਤੋਂ ਬਾਅਦ ਹੁਣ 2016 'ਚ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਆਉਣੀ ਸੀ ਔਰ ਕੈਪਟਨ ਸਾਹਿਬ ਨੇ ਇਲੈਕਸ਼ਨ ਤੋਂ ਪਹਿਲਾਂ ਚੋਣ ਮੈਨੀਫੈਸਟੋ 'ਚ ਇੱਕ ਸਪੈਸ਼ਲ ਪ੍ਰੈਸ ਕਾਨਫਰੰਸ ਕਰਕੇ ਵਾਅਦਾ ਕੀਤਾ ਹੈ ਕਿ ਪੇ ਕਮਿਸ਼ਨ ਜਦੋਂ ਸਾਡੀ ਕਾਂਗਰਸ ਸਰਕਾਰ ਆਉਂਦੀ ਹੈ ਤਾਂ ਅਸੀਂ ਪੇ ਕਮਿਸ਼ਨ ਦੀ ਰਿਪੋਰਟ ਜਿਹੜੀ ਆ ਪੂਰੇ ਵਧੀਆ ਤਰੀਕੇ ਨਾਲ ਲਾਗੂ ਕਰਾਂਗੇ ਔਰ ਮੁਲਾਜ਼ਮਾਂ ਨੂੰ ਪੂਰਾ ਖੁਸ਼ ਕਰਾਂਗੇ। ਮੁਲਾਜ਼ਮ ਉਹ ਤੋਂ ਬਹੁਤ ਦੁਖੀ ਨੇ ਐਟ ਪ੍ਰੈਜ਼ੈਂਟ। ਤੁਸੀਂ ਦੇਖੋ, ਸਭ ਤੋਂ ਵੱਡੀ ਕੰਟਰੀਬਿਊਸ਼ਨ ਜੇ ਹਰ EMPLOYEES ਦੀ ਆਪਣੇ ਥਾਂ ਆ, ਪਰ ਡਾਕਟਰਸ ਦਾ ਜੋ ਕੋਵਿਡ ਦੇ ਜੋ ਜਿਹੋ ਜਿਹੀ ਪੈਂਡੈਮਿਕ ਚੱਲ ਰਹੀ ਆ, ਡਾਕਟਰਸ ਦਾ ਜ਼ੋਰ ਆ ਉਹਨੂੰ ਅਣਗਹਿਲਾ ਕੀਤਾ ਨਹੀਂ ਜਾ ਸਕਦਾ ਕਿਸੇ ਵੀ ਤਰੀਕੇ ਨਾਲ। ਸੋ ਨੈਚੁਰਲੀ ਡਾਕਟਰ ਸਾਰੇ ਨਿਰਾਸ਼ ਹੋਣਗੇ ਔਰ ਅਸੀਂ ਆਸ ਕਰਦੇ ਹਾਂ ਕਿ ਕੈਪਟਨ ਸਾਹਿਬ ਬੜਾ ਹਮਦਰਦੀ ਨਾਲ ਵਿਚਾਰ ਕਰਦੇ ਹੋਏ ਸਾਡੀ ਇਸ ਡਿਮਾਂਡ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰਨਗੇ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਸਰ। ਡਾਕਟਰ ਸਾਹਿਬ ਨੇ ਦੱਸਿਆ ਵੀ ਆਖਰ ਕੀ ਦਿੱਕਤਾਂ ਨੇ, ਕੀ ਪਰੇਸ਼ਾਨੀਆਂ ਨੇ, ਪਰ ਸਵਾਲ ਸਿੱਧਾ ਜਿਹਾ ਹੈ ਵੀ ਜਿਹੜੇ ਵਾਅਦੇ ਲੋਕਾਂ ਨਾਲ ਵੀ ਕੀਤੇ, ਇੱਕ ਡਾਕਟਰ ਕਮਿਊਨਿਟੀ ਜਿਨ੍ਹਾਂ ਨੇ ਖਾਸ ਕਰਕੇ ਕਰੋਨਾ ਕਾਲ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਵੀ ਜਾਨ ਤਲੀ ਤੇ ਧਰ ਕੇ ਸੇਵਾ ਕੀਤੀ ਹੈ। ਕਈ ਲੋਕ ਇਹ ਵੀ ਕਹਿਣਗੇ ਤਨਖਾਹ ਮਿਲਦੀ ਹੈ, ਠੀਕ ਹੈ ਮਿਲਦੀ ਹੈ, ਲੇਕਿਨ ਉਹਨਾਂ ਨੇ ਦਿਨ ਨਹੀਂ ਦੇਖਿਆ, ਰਾਤ ਨਹੀਂ ਦੇਖੀ ਤੇ 6ਵੇਂ ਪੇ ਕਮਿਸ਼ਨ ਦੇ ਵਿੱਚ ਉਹਨਾਂ ਦੀ ਜੇਬ ਤੇ ਹੀ ਡਾਕਾ ਮਾਰਿਆ ਗਿਆ ਤੇ ਨਤੀਜਾ ਕੀ ਹੋਇਆ ਕਿ ਅੱਜ ਰੱਬ ਦਾ ਦੂਜਾ ਰੂਪ ਕਹੇ ਜਾਣ ਵਾਲੇ ਡਾਕਟਰਾਂ ਨੂੰ ਵੀ ਹੜਤਾਲ ਤੇ ਜਾਣਾ ਪਿਆ। ਕਾਰਨ ਸੂਬਾ ਸਰਕਾਰ ਦੀ ਅਣਗਹਿਲੀ ਤੇ ਗਲਤ ਨੀਤੀ। ਹੁਣ ਦੇਖਣਾ ਦਿਲਚਸਪ ਹੋਏਗਾ ਕਿ ਸਾਡੇ ਸਿਹਤ ਮੰਤਰੀ ਸਾਹਿਬ ਕਿ ਆਪਣੇ ਡਾਕਟਰਾਂ ਦੇ ਨਾਲ ਭਰੋਸਾ ਜਤਾ ਕੇ, ਪਿਆਰ ਜਤਾ ਕੇ, ਹਾਲਾਂਕਿ ਜਦੋਂ ਕਰੋਨਾ ਪੋਜ਼ਿਟਿਵ ਹੋਈ ਸੀ ਉਹ ਨਿੱਜੀ ਹਸਪਤਾਲ ਦੇ ਵਿੱਚ ਗਏ, ਉਹਨਾਂ ਨੂੰ ਸ਼ਾਇਦ ਆਪਣੇ ਤੰਤਰ ਤੇ ਵਿਸ਼ਵਾਸ ਨਹੀਂ ਸੀ, ਪਰ ਡਾਕਟਰਾਂ ਤੇ ਪੂਰਾ ਵਿਸ਼ਵਾਸ ਹੈ ਜਿਹੜੇ ਸਰਕਾਰੀ ਹਸਪਤਾਲਾਂ ਦੇ ਵਿੱਚ ਬੈਠਦੇ ਨੇ, ਪੜ੍ਹੇ ਲਿਖੇ ਡਾਕਟਰ ਨੇ, ਮਿਹਨਤੀ ਡਾਕਟਰ ਨੇ ਤੇ ਉਹਨਾਂ ਨੂੰ ਵੀ ਹੁਣ ਇਹੀ ਆਸ ਹੈ ਤੇ ਉਹ ਉਮੀਦ ਕਰ ਰਹੇ ਨੇ ਕਿ ਸਰਕਾਰ ਜਲਦ ਆਪਣਾ ਫੈਸਲਾ ਦਰੁਸਤ ਕਰੇਗੀ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਡਾਕਟਰਾਂ ਵੱਲੋਂ ਹੋਰ ਵੱਡੇ ਸੰਘਰਸ਼ ਵੀ ਉਲੀਕੇ ਜਾ ਸਕਦੇ ਨੇ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।